ਜੇ ਤੁਸੀਂ ਚਮਤਕਾਰ ਦੇ ਵਿੱਚ ਯਕੀਨ ਕਰਦੇ ਆ ਤਾਂ ਅੱਜ ਤੁਹਾਡੇ ਜੀਵਨ ਦੇ ਵਿੱਚ ਚਮਤਕਾਰ ਹੋਏਗਾ। ਹਾਲੇਲੂਇਆ। ਕਿਉਂਕਿ ਵਚਨ ਦੇ ਵਿੱਚ ਲਿਖਿਆ ਆ ਨੇਚਾ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਜਾਂਦਾ ਆ। ਸੋ ਅੱਜ ਦੇ ਤੁਸੀਂ ਇਹ ਨੇਚਾ ਕਰੋ ਕਿ ਚਮਤਕਾਰ ਹੁੰਦੇ ਆ ਤਾਂ ਫਿਰ ਅੱਜ ਚਮਤਕਾਰਾਂ ਨੂੰ ਦੇਖੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਜੇ ਤੁਸੀਂ ਅੱਜ ਇਹ ਯਕੀਨ ਕਰ ਲਵੋ ਕਿ ਸ਼ਿਫਾਵਾਂ ਹੁੰਦੀਆਂ ਆ ਯਿਸੂ ਨਾਮ ਦੇ ਵਿੱਚ ਤੇ ਤੁਸੀਂ ਸ਼ਿਫਾਵਾਂ ਨੂੰ ਦੇਖੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਕਿਉਂਕਿ ਅੱਜ ਤੁਸੀਂ ਜੋ ਨੇਚਾ ਕਰੋਗੇ ਉਹੀ ਤੁਹਾਡੇ ਲਈ ਹੋ ਜਾਊਗਾ। ਹਾਲੇਲੂਇਆ। ਸੋ ਆਓ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ। ਅੱਜ ਆਪਾਂ ਸ਼ਿਫਾ ਦੇ ਬਾਰੇ ਵਿੱਚ ਪਵਿੱਤਰ ਬਾਈਬਲ ਕੀ ਆਪਾਂ ਨੂੰ ਦੱਸਦਾ ਆ, ਆਪਾਂ ਦੇਖਦੇ ਹਾਂ। ਯਹੋਨਾ ਦੀ ਕਿਤਾਬ ਉਹਦਾ 4 ਨੰਬਰ ਅਧਿਆਏ ਤੇ ਉਹਦੀ 48 ਨੰਬਰ ਪੰਕਤੀ 'ਚ ਇੱਦਾਂ ਲਿਖਿਆ, ਤਦੋਂ ਯਿਸੂ ਨੇ ਉਹਨੂੰ ਆਖਿਆ, ਜੇ ਤੁਸੀਂ ਨਿਸ਼ਾਨ ਅਤੇ ਅਚਰਜ ਕੰਮ ਨਾ ਵੇਖੋ ਤਾਂ ਪ੍ਰਤੀਤ ਕਦੇ ਨਾ ਕਰੋਗੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ, ਜੇ ਤੁਸੀਂ ਨਿਸ਼ਾਨ ਅਤੇ ਅਚਰਜ ਕੰਮ ਨਾ ਵੇਖੋ ਤਾਂ ਤੁਸੀਂ ਫਿਰ ਕਦੇ ਵੀ ਪ੍ਰਤੀਤ ਨਹੀਂ ਕਰਨੀ। ਅੱਜ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਹੋ ਸਕਦਾ ਜਾਂ ਉਹ ਮਿਸਲੀਡ ਕੀਤੇ ਹੋਏ ਹੋ ਸਕਦੇ ਆ ਕਿ ਚਿੰਨ੍ਹ ਤੇ ਚਮਤਕਾਰ ਵਿਅਰਥ ਆ, ਇਹ ਸ਼ੈਤਾਨ ਦੇ ਵੱਲੋਂ ਹੁੰਦੇ ਆ। ਸ਼ੈਤਾਨ ਕਰ ਸਕਦਾ ਆ ਪਰ ਇਹ ਪਰਮੇਸ਼ਵਰ ਦੇ ਵੱਲੋਂ ਉਹਦੇ ਨਾਲੋਂ 7 ਗੁਣਾ ਜ਼ਿਆਦਾ ਹੁੰਦੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ। ਹਾਲੇਲੂਇਆ। ਔਰ ਜਦ ਪ੍ਰਭੂ ਯਿਸੂ ਮਸੀਹ ਜੀ ਨੇ ਅਚਰਜ ਕੰਮ ਕੀਤੇ, ਨਿਸ਼ਾਨ ਦਿਖਾਲੇ, ਚਮਤਕਾਰ ਕੀਤੇ, ਤਾਂ ਫਿਰ ਅੱਜ ਕਿਉਂ ਨਹੀਂ ਅਸੀਂ ਵਿਸ਼ਵਾਸ ਕਰਦੇ ਕਿ ਇਹ ਹੋ ਸਕਦਾ ਆ। ਅਗਰ ਤੁਸੀਂ ਵਿਸ਼ਵਾਸ ਕਰੋ ਤਾਂ ਫਿਰ ਤੁਹਾਡੇ ਲਈ ਜ਼ਰੂਰ ਹੋ ਜਾਏਗਾ। ਔਰ ਤੁਸੀਂ ਵਿਸ਼ਵਾਸ ਕਰੋ ਇਸ ਲਈ ਇਹ ਉਸ ਤੋਂ ਵੀ ਜ਼ਰੂਰ ਹੋ ਜਾਏਗਾ। ਹਾਲੇਲੂਇਆ। ਕਿਉਂਕਿ ਵਚਨ 'ਚ ਲਿਖਿਆ, ਜੇ ਤੁਸੀਂ ਅਚਰਜ ਕੰਮਾਂ ਨੂੰ ਨਹੀਂ ਦੇਖੋਗੇ ਤੇ ਫਿਰ ਤੁਹਾਡੀ ਪ੍ਰਤੀਤ ਜਿਹੜੀ ਆ ਉਹ ਪੱਕੀ ਨਹੀਂ ਹੋਣੀ, ਤੁਹਾਡਾ ਵਿਸ਼ਵਾਸ ਮਜ਼ਬੂਤ ਨਹੀਂ ਹੋਣਾ। ਜਦੋਂ ਅੱਜ ਇੱਥੇ ਟੈਸਟੀਮਨੀਜ਼ ਹੋਣੀਆਂ, ਉਹ ਕੀ ਆ? ਉਹ ਅਚਰਜ ਕੰਮਾਂ ਨੂੰ ਸੁਣਨਾ ਆ, ਉਹਨਾਂ ਅਚਰਜ ਕੰਮਾਂ ਨੂੰ ਜਿਹੜੇ ਪਰਮੇਸ਼ਵਰ ਨੇ ਤੁਹਾਡੇ ਤੋਂ ਪਹਿਲਾਂ ਕਿਸੇ ਹੋਰ ਦੀ ਲਾਈਫ ਵਿੱਚ ਕੀਤੇ ਜਾਂ ਤੁਹਾਡੇ ਲਾਈਫ ਦੇ ਵਿੱਚ ਕੀਤੇ ਜਾਂ ਅੱਜ ਕਈਆਂ ਦੀ ਲਾਈਫ ਦੇ ਵਿੱਚ ਹੋਣਗੇ। ਤੁਸੀਂ ਦੇਖਿਓ ਅੱਜ ਇਨਸਟੈਂਟ ਹੀਲਿੰਗ ਬਹੁਤਾਇਤ ਦੇ ਨਾਲ ਹੋਊਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਜਿੱਦਾਂ ਹੀ ਪਰਮੇਸ਼ਵਰ ਦੇ ਦਾਸ ਨੇ ਪ੍ਰਾਰਥਨਾ ਕਰਨੀ ਆ ਹੀਲਿੰਗ ਦੀ, ਇੰਸਟੈਂਟਲੀ ਤੁਸੀਂ ਜਿਹੜੇ ਅੱਜ ਆਪਣੇ ਮਨਾਂ ਦੇ ਵਿੱਚ ਵਿਸ਼ਵਾਸ ਨੂੰ ਲੈ ਕੇ ਆਏ ਹੋ ਕਿ ਅਸੀਂ ਚੰਗੇ ਹੋਵਾਂਗੇ, ਤੁਸੀਂ ਉਸੇ ਘੜੀ ਚੰਗੇ ਹੋਣ ਲੱਗ ਜਾਣਾ। ਉਸੇ ਟਾਈਮ 'ਤੇ ਹੀ ਜਦੋਂ ਹੀ ਹੀਲਿੰਗ ਦੇ ਵਰਡਸ ਬੋਲੇ ਜਾਣੇ ਆ, ਉਸੇ ਵੇਲੇ ਹੀ ਤੁਹਾਡੀ ਸ਼ਿਫਾ ਦਾ ਜਿਹੜਾ ਆ ਕੰਮ ਹੋਣਾ ਸ਼ੁਰੂ ਹੋ ਜਾਣਾ ਆ। ਆਓ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਅੱਗੇ ਵੱਧਦੇ ਹਾਂ। ਆਪਾਂ ਦੇਖਦੇ ਹਾਂ ਮੱਤੀ ਦੀ ਪੁਸਤਕ, ਉਸ ਦਾ 9 ਨੰਬਰ ਅਧਿਆਏ ਔਰ ਉਸ ਦੀ 35 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਹੈ, ਯਿਸੂ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ। ਹਾਲੇਲੂਇਆ। ਤੁਸੀਂ ਦੇਖੋ ਹੀਲਿੰਗ ਦਾ ਕੰਮ ਪ੍ਰਭੂ ਯਿਸੂ ਮਸੀਹ ਜੀ ਦੇ ਲਈ ਕਿੰਨਾ ਮਾਇਨੇ ਰੱਖਦਾ ਸੀ। ਜਦੋਂ ਪ੍ਰਭੂ ਯਿਸੂ ਮਸੀਹ ਜਿਸਮ ਦੇ ਵਿੱਚ ਸੀਗੇ, ਇਹ ਉਸ ਸਮੇਂ ਦੀ ਗੱਲ ਆ, ਕਿੰਨਾ ਜ਼ਿਆਦਾ ਮਾਇਨੇ ਰੱਖਦਾ ਹੀਲਿੰਗ ਕਰਨਾ ਔਰ ਲੋਕਾਂ ਦਾ ਹੀਲ ਹੋਣਾ ਪ੍ਰਭੂ ਯਿਸੂ ਮਸੀਹ ਜੀ ਦੇ ਲਈ। ਇਹ ਕੋਈ ਸਧਾਰਨ ਕੰਮ ਨਹੀਂ ਗਿਣਿਆ ਪ੍ਰਭੂ ਯਿਸੂ ਮਸੀਹ ਨੇ। ਕਿਸੇ ਦੀ ਸ਼ਿਫਾ ਨੂੰ ਸਧਾਰਨ ਤੌਰ ਤੇ ਨਹੀਂ ਲਿਆ ਪ੍ਰਭੂ ਯਿਸੂ ਮਸੀਹ ਨੇ। ਅਗਰ ਸਧਾਰਨ ਤੌਰ ਤੇ ਲਿਆ ਹੁੰਦਾ ਤਾਂ ਫਿਰ ਪ੍ਰਭੂ ਯਿਸੂ ਮਸੀਹ ਨੇ ਇੱਦਾਂ ਹੋਣਾ ਸੀ ਕਿ ਜਿਹੜਾ ਕੋਈ ਆ ਗਿਆ ਉਹ ਠੀਕ ਹੋ ਗਿਆ, ਦੈਟਸ ਆਲ, ਬਸ। ਪਰ ਇੱਥੇ ਕੀ ਲਿਖਿਆ? ਯਿਸੂ ਉਹਨਾਂ ਦੀਆਂ ਸਮਾਜਾਂ ਵਿੱਚ, ਪਿੰਡਾਂ ਦੇ ਵਿੱਚ, ਨਗਰਾਂ ਦੇ ਵਿੱਚ ਫਿਰਿਆ। ਉਹਨੇ ਪਰਮੇਸ਼ਵਰ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਤੇ ਜਿਹੜੇ ਦੁਖੀ ਬਿਮਾਰ ਸੀਗੇ, ਲਿਖਿਆ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਰਬੱਤ ਨਗਰਾਂ ਤੇ ਪਿੰਡਾਂ ਵਿੱਚ ਫਿਰਿਆ। ਪ੍ਰਭੂ ਯਿਸੂ ਮਸੀਹ ਜੀ ਨੇ ਜਗ੍ਹਾ ਜਗ੍ਹਾ ਤੇ ਜਾ ਕੇ, ਕਦੀ ਕਿਸੇ ਸ਼ਹਿਰ ਦੇ ਵਿੱਚ, ਕਦੀ ਕਿਸੇ ਸ਼ਹਿਰ ਦੇ ਵਿੱਚ, ਕਦੀ ਕਿਸੇ ਪਿੰਡ ਦੇ ਵਿੱਚ, ਕਦੀ ਕਿਸੇ ਸਮਾਜ ਦੇ ਵਿੱਚ ਜਾ ਕੇ ਹੀਲਿੰਗ ਦੇ ਕੰਮ ਕੀਤੇ, ਚਮਤਕਾਰ ਕੀਤੇ,
ਤਾਂ ਜੋ ਬਹੁਤ ਸਾਰਿਆਂ ਦਾ ਵਿਸ਼ਵਾਸ ਪਰਮੇਸ਼ਵਰ ਦੇ ਸਾਮਰਥ ਦੇ ਉੱਤੇ ਆਏ ਕਿ ਹਾਂ ਪਰਮੇਸ਼ਵਰ ਦਾ ਸਾਮਰਥ ਕਿੰਨਾ ਵੱਡਾ ਸਾਮਰਥ ਆ, ਸਾਡਾ ਪਰਮੇਸ਼ਵਰ ਕਿੰਨਾ ਸਾਮਰਥੀ ਪਰਮੇਸ਼ਵਰ ਆ। ਹਾਲੇਲੂਇਆ। ਔਰ ਉਸ ਹੀਲਿੰਗ ਦੇ ਨਾਲ ਨਾਲ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਪਿਤਾ ਦੀ ਬਾਦਸ਼ਾਹਤ ਦਾ ਪ੍ਰਚਾਰ ਕੀਤਾ। ਲਿਖਿਆ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਅੱਜ ਦੀ ਜਿਹੜੀ ਮੀਟਿੰਗ ਆ ਇਹ ਵਰਸ ਐਗਜ਼ੈਕਟਲੀ ਉਹਦੇ ਅਕੋਰਡਿੰਗਲੀ ਜਾਂਦੀ ਆ। ਅੱਜ ਇੱਥੇ ਸਮਾਜ ਦੇ ਲੋਕ ਇਕੱਠੇ ਆ, ਅਲੱਗ-ਅਲੱਗ ਪਿੰਡਾਂ ਤੋਂ ਆਏ ਆ, ਅਲੱਗ-ਅਲੱਗ ਸ਼ਹਿਰਾਂ ਤੋਂ ਆਏ ਆ, ਹੋ ਸਕਦਾ ਅਲੱਗ-ਅਲੱਗ ਦੇਸ਼ਾਂ ਤੋਂ ਆਣ ਕੇ ਬੈਠੇ ਹੋਣ। ਔਰ ਇਸ ਜਗ੍ਹਾ ਤੇ ਅੱਜ ਗੋਸਪਲ ਐਂਡ ਹੀਲਿੰਗ ਕਰੂਸੇਡ ਸੈਲੀਬ੍ਰੇਟ ਕੀਤਾ ਜਾ ਰਿਹਾ ਆ। ਖੁਸ਼ਖਬਰੀ ਦਾ ਪ੍ਰਚਾਰ, ਪਰਮੇਸ਼ਵਰ ਦੀ ਬਾਦਸ਼ਾਹਤ ਦੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਆ। ਔਰ ਅੱਜ ਇਸ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸ਼ਿਫਾਵਾਂ ਵੀ ਹੋਣਗੀਆਂ। ਹਾਲੇਲੂਇਆ। ਔਰ ਇਹ ਕੋਈ ਸਧਾਰਨ ਕੰਮ ਨਹੀਂ ਆ, ਔਰ ਇਹ ਕੋਈ ਵਚਨ ਦੇ ਬਾਹਰ ਕੀਤਾ ਜਾਣ ਵਾਲਾ ਕੰਮ ਨਹੀਂ ਆ। ਅੱਜ ਬਹੁਤ ਸਾਰੇ ਲੋਕ ਏਦਾਂ ਕਹਿੰਦੇ ਆ ਕਿ ਸ਼ਿਫਾ ਇੰਨੀ ਇੰਪੋਰਟੈਂਟ ਨਹੀਂ ਆ। ਇੱਕ ਬਿਮਾਰ ਵਿਅਕਤੀ ਖੁੱਲ ਕੇ ਦੁਆ ਵੀ ਨਹੀਂ ਕਰ ਸਕਦਾ। ਸਾਨੂੰ ਇਹ ਵੀ ਸਮਝਣ ਦੀ ਜ਼ਰੂਰਤ ਆ ਕਿ ਅਗਰ ਕੋਈ ਵਿਅਕਤੀ ਬਿਮਾਰੀ ਦੀ ਅਵਸਥਾ ਦੇ ਵਿੱਚ, ਅਗਰ ਕਿਸੇ ਦਾ ਬਹੁਤ ਸਿਰ ਦੁਖਦਾ ਆ, ਕਿਸੇ ਨੂੰ ਮਾਈਗ੍ਰੇਨ ਆ, ਕਿਸੇ ਨੂੰ ਸਰਵਾਈਕਲ ਆ, ਕਿਸੇ ਦੇ ਸਪਾਈਨ ਕਾਰਡ ਦੇ ਵਿੱਚ ਪ੍ਰੋਬਲਮ ਆ, ਬਈ ਬਹੁਤ ਸਿਰ ਦੁਖਦਾ, ਪਿਛਲੀ ਰੀੜ੍ਹ ਦੀ ਹੱਡੀ ਉਹਦੀ ਦੁਖਦੀ ਆ, ਲੱਤਾਂ ਦੁਖਦੀਆਂ ਆ, ਤੇ ਫਿਰ ਉਹ ਖੁੱਲ ਕੇ ਪ੍ਰਾਰਥਨਾ ਵੀ ਨਹੀਂ ਕਰ ਸਕੂਗਾ। ਇੱਕ ਚੰਗੇ ਤਰੀਕੇ ਦੇ ਨਾਲ ਪ੍ਰਾਰਥਨਾ ਕੀਤੀ ਜਾਏ ਤਾਂ ਜਿਸਮ ਦਾ ਚੰਗਾ ਹੋਣਾ ਵੀ ਬਹੁਤ ਜ਼ਰੂਰੀ ਆ। ਜਿੰਨੀ ਸੋਹਣੀ ਪ੍ਰਾਰਥਨਾ ਇੱਕ ਤੰਦਰੁਸਤ ਜਿਸਮ ਕਰ ਸਕਦਾ, ਸ਼ਾਇਦ ਓਨੀ ਸੋਹਣੀ ਪ੍ਰਾਰਥਨਾ ਇੱਕ ਬਿਮਾਰੀ ਦੀ ਅਵਸਥਾ ਵਿੱਚ ਪਿਆ ਹੋਇਆ ਰੋਗੀ ਨਹੀਂ ਕਰ ਸਕਦਾ। ਜਿਹੜਾ ICU ਦੇ ਵਿੱਚ ਆ, ਜਿਹੜਾ ਕੋਮਾ ਦੇ ਵਿੱਚ ਚਲੇ ਗਿਆ, ਜਿਹਨੂੰ ਆਕਸੀਜਨ ਲੱਗੀ ਹੋਈ ਆ, ਸ਼ਾਇਦ ਉਹ ਪ੍ਰਾਰਥਨਾ ਕਰਨ ਦੀ ਅਵਸਥਾ ਦੇ ਵਿੱਚ ਨਾ ਹੋਵੇ, ਉਹਦਾ ਜਿਸਮ ਪ੍ਰਾਰਥਨਾ ਕਰਨ ਦੇ ਲਈ ਉਹਨੂੰ ਸਪੋਰਟ ਨਾ ਕਰੇ, ਪਰ ਇੱਕ ਤੰਦਰੁਸਤ ਵਿਅਕਤੀ ਉਹਦੇ ਲਈ ਪ੍ਰਾਰਥਨਾ ਕਰੇ ਤਾਂ ਉਹ ICU ਵਿੱਚ ਪਿਆ ਹੋਇਆ ਰੋਗੀ ਵੀ ਚੰਗਾ ਹੋ ਜਾਊਗਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਹਾਲੇਲੂਇਆ। ਇਸ ਲਈ ਅੱਜ ਇੱਥੇ ਸ਼ਿਫਾਵਾਂ ਜ਼ਬਰਦਸਤ ਹੋਣਗੀਆਂ ਤਾਂ ਜੋ ਤੁਸੀਂ ਚੰਗੇ ਹੋਵੋ। ਰੋਗੀਆਂ ਦੇ ਕੋਲ ਜਾਓ, ਉਹਨਾਂ ਨੂੰ ਜਾ ਕੇ ਪਰਮੇਸ਼ਵਰ ਦੀ ਬਾਦਸ਼ਾਹਤ ਦੇ ਬਾਰੇ ਵਿੱਚ ਦੱਸੋ, ਪਰਮੇਸ਼ਵਰ ਦੇ ਸਵਰਗ ਰਾਜ ਦੇ ਬਾਰੇ ਵਿੱਚ ਦੱਸੋ, ਆਪਣੀ ਗਵਾਹੀ ਦੱਸੋ, ਔਰ ਉਹ ਰੋਗੀ ਵੀ ਚੰਗੇ ਹੋ ਜਾਣ, ਔਰ ਬਹੁਤ ਹੋਰ ਰੋਗੀਆਂ ਤੱਕ ਰੀਚ ਕੀਤਾ ਜਾਏ ਤਾਂ ਜੋ ਉਹ ਵੀ ਚੰਗੇ ਹੋ ਸਕਣ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਹਾਲੇਲੂਇਆ। ਚੰਗਿਆ ਕਰਨ ਦੇ ਪਿੱਛੇ ਇੱਕ ਮਕਸਦ ਆ ਪਰਮੇਸ਼ਵਰ ਦਾ। ਬੇਸ਼ੱਕ ਸਿਰਫ ਸ਼ਿਫਾ ਲੈਣਾ ਸਵਰਗ ਨੂੰ ਲੈ ਕੇ ਜਾਣ ਦਾ ਰਾਹ ਨਹੀਂ ਆ। ਬੇਸ਼ੱਕ ਸ਼ਿਫਾ ਲੈ ਲੈਣਾ ਸਵਰਗ ਨੂੰ ਜਾਣ ਦਾ ਰਸਤਾ ਨਹੀਂ ਆ, ਕਿਉਂਕਿ ਸ਼ਿਫਾ ਨੂੰ ਪ੍ਰਾਪਤ ਕਰਨ ਦੇ ਬਾਅਦ ਦੇ ਵਿੱਚ ਜਿੱਥੇ ਪ੍ਰਭੂ ਯਿਸੂ ਮਸੀਹ ਜੀ ਨੇ ਰੋਗੀਆਂ ਨੂੰ ਚੰਗਿਆ ਕੀਤਾ, ਉੱਥੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਰੋਗੀਆਂ ਨੂੰ ਇਹ ਵੀ ਕਿਹਾ, ਕਹਿੰਦਾ ਮੁੜ ਕੇ ਪਾਪ ਨਾ ਕਰੀ, ਕਿਤੇ ਐਦੋਂ ਵੀ ਵੱਡੀ ਬਿਮਾਰੀ ਦੇ ਵਿੱਚ ਨਾ ਫਸ ਜਾਏ, ਕਿਤੇ ਐਦੋਂ ਵੀ ਵੱਡੀ ਆਫਤ ਨਾ ਤੇਰੇ ਉੱਤੇ ਆ ਜਾਏ। ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਉਹਨਾਂ ਨੂੰ ਚੰਗਿਆ ਕਰਨ ਦੇ ਬਾਅਦ ਵਿੱਚ ਦੱਸਿਆ ਕਿ ਤੁਹਾਡੀ ਬਿਮਾਰੀ ਦਾ ਕਾਰਨ ਪਾਪ ਆ। ਅਗਰ ਤੁਸੀਂ ਫਿਰ ਤੋਂ ਪਾਪ ਕਰੋਗੇ ਤਾਂ ਪਹਿਲਾਂ ਵਾਲੀ ਬਿਮਾਰੀ ਦੇ ਨਾਲੋਂ ਜਾਂ ਪਹਿਲਾਂ ਵਾਲੀ ਸਮੱਸਿਆ ਦੇ ਨਾਲੋਂ ਵੱਡੀ ਸਮੱਸਿਆ ਆ ਸਕਦੀ ਆ। ਇਹਦਾ ਮਤਲਬ ਸਮੱਸਿਆ ਦੇ ਆਉਣ ਦਾ ਕਾਰਨ ਪਾਪ ਆ ਸਾਡੇ ਜੀਵਨ ਦੇ ਵਿੱਚ, ਬਿਮਾਰੀ ਦੇ ਆਉਣ ਦਾ ਕਾਰਨ ਪਾਪ ਆ ਸਾਡੇ ਜੀਵਨ ਦੇ ਵਿੱਚ। ਔਰ ਸਾਨੂੰ ਪਾਪ ਤੋਂ ਤੌਬਾ ਕਰਨੀ ਆ, ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਾਪਾਂ ਦੀ ਮਾਫੀ ਮੰਗਣੀ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ, ਤਾਂ ਜੋ ਸਾਡੇ ਗੁਨਾਹ ਬਖਸ਼ੇ ਜਾਣ ਅਤੇ ਸਾਡੀਆਂ ਬਿਮਾਰੀਆਂ ਸਾਨੂੰ ਛੱਡ ਕੇ ਚਲੀਆਂ ਜਾਣ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ। ਹਾਲੇਲੂਇਆ। ਪਰ ਜੇ ਸਿਰਫ ਪਾਪ ਦੀ ਹੀ ਮਾਫੀ ਦੇ ਲਈ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਆਏ ਹੁੰਦੇ ਔਰ ਸ਼ਿਫਾ ਦੇਣਾ ਉਹਨਾਂ ਦਾ ਮਕਸਦ ਨਾ ਹੁੰਦਾ, ਤਾਂ ਪੂਰੀ ਬਾਈਬਲ ਦੇ ਵਿੱਚ ਜਿੱਥੇ ਕਿਤੇ ਵੀ ਪ੍ਰਭੂ ਯਿਸੂ ਮਸੀਹ ਜੀ ਨੇ ਟਰੈਵਲ ਕੀਤਾ, ਫਿਰ ਉਹਨਾਂ ਨੇ ਇੱਕ ਹੀ ਵਰਡ ਬੋਲਣਾ ਸੀ, ਜਾ ਤੇਰੇ ਪਾਪ ਮਾਫ ਹੋਏ, ਜਾ ਤੇਰੇ ਪਾਪ ਮਾਫ ਹੋਏ, ਜਾ ਤੇਰੇ ਪਾਪ ਮਾਫ ਹੋਏ, ਜਾ ਤੇਰੇ ਪਾਪ ਮਾਫ ਹੋਏ।
ਉਹਨਾਂ ਨੇ ਸਿਰਫ ਇਹੀ ਨਹੀਂ ਬੋਲਿਆ, ਸਾਡੇ ਪਾਪ ਦੇ ਲਈ ਬਲੀਦਾਨ ਹੋਏ ਪ੍ਰਭੂ ਯਿਸੂ ਮਸੀਹ। ਔਰ ਉਹਨਾਂ ਨੇ ਪ੍ਰੂਵ ਕੀਤਾ ਕਿ ਸਾਡੇ ਗੁਨਾਹ ਦਾ ਕੁਫਾਰਾ ਪ੍ਰਭੂ ਯਿਸੂ ਮਸੀਹ ਆਪ ਆ, ਕਿ ਉਹ ਸਾਡੇ ਗੁਨਾਹਾਂ ਦੇ ਲਈ ਇਸ ਧਰਤੀ ਦੇ ਉੱਤੇ ਆਏ ਔਰ ਸਾਡੇ ਗੁਨਾਹਾਂ ਨੂੰ ਉਹਨਾਂ ਨੇ ਆਪਣੇ ਬਦਨ ਦੇ ਉੱਤੇ ਚੁੱਕਿਆ ਔਰ ਬਲੀਦਾਨ ਹੋਏ। ਔਰ ਅੱਜ ਵੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪਾਪ ਮਾਫ ਹੁੰਦੇ ਆ। ਪਰ ਪ੍ਰਭੂ ਯਿਸੂ ਮਸੀਹ ਜੀ ਨੇ ਬਹੁਤ ਜਗ੍ਹਾ ਤੇ ਬਿਨਾਂ ਕਿਸੇ ਤੋਂ ਮਾਫੀ ਮੰਗਵਾਇਆ ਸ਼ਿਫਾ ਦਾ ਕੰਮ ਕੀਤਾ। ਪਵਿੱਤਰ ਬਾਈਬਲ ਦੇ ਵਿੱਚ ਦਰਜ ਆ। ਔਰ ਕਰੀਬ 37 ਮਿਰੇਕਲ ਜਿਹੜੇ ਆ ਪਵਿੱਤਰ ਬਾਈਬਲ ਦੇ ਵਿੱਚ ਦਰਜ ਆ, ਜਿਹੜੇ ਪ੍ਰਭੂ ਯਿਸੂ ਮਸੀਹ ਜੀ ਨੇ ਕੀਤੇ, ਜਿਨ੍ਹਾਂ 37 ਚਮਤਕਾਰਾਂ ਦਾ ਜ਼ਿਕਰ ਆਲਮੋਸਟ ਹਰੇਕ ਮਸੀਹ ਆਦਮੀ ਜਾਣਦਾ ਆ। ਔਰ ਜਿਨ੍ਹਾਂ ਵਿੱਚੋਂ 7 ਚਮਤਕਾਰ ਸਬਤ ਦੇ ਦਿਨ ਕੀਤੇ ਪ੍ਰਭੂ ਯਿਸੂ ਮਸੀਹ ਜੀ ਨੇ। ਔਰ ਸਾਨੂੰ ਉਹ ਸਾਰੀਆਂ ਚੀਜ਼ਾਂ ਸਮਝਣ ਦੀ ਜ਼ਰੂਰਤ ਆ। ਅੱਜ ਅਸੀਂ ਵੈਰੀ ਦੇ ਬੋਲਾਂ ਦੇ ਵਿੱਚ ਆਣ ਕੇ ਭਰਮਾਏ ਨਹੀਂ ਜਾਣਾ। ਇੱਕ ਇੱਕ ਸ਼ਬਦ ਨੂੰ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਵੈਰੀ ਤੁਹਾਡੇ ਕੰਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਕਰ ਸਕਦਾ, ਕਿਸੇ ਦੇ ਰਾਹੀਂ ਵੀ ਕਰਵਾ ਸਕਦਾ। ਤੁਹਾਡੀਆਂ ਸੋਚਾਂ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਪਾ ਸਕਦਾ, ਕਿਸੇ ਦੇ ਰਾਹੀਂ ਉਹ ਤੁਹਾਨੂੰ ਭੇਚਲ ਸਕਦਾ। ਪਰ ਅਸੀਂ ਵੈਰੀ ਦੀਆਂ ਗੱਲਾਂ ਰਾਹੀਂ ਭਰਮਾਏ ਨਾ ਜਾਈਏ, ਭੇਚਲੇ ਨਾ ਜਾਈਏ। ਉਹ ਤੋਂ ਬਚਣ ਦਾ ਇੱਕੋ ਹੀ ਰਾਹ ਆ ਪਰਮੇਸ਼ਵਰ ਦਾ ਵਚਨ, ਜੋ ਪਵਿੱਤਰ ਬਾਈਬਲ ਦੇ ਵਿੱਚ ਦਰਜ ਆ। ਜਿਹੜੇ ਉਸ ਵਚਨ ਨੂੰ ਪੜਨਗੇ, ਜਿਹੜੇ ਉਸ ਵਚਨ ਨੂੰ ਸੁਣਨਗੇ, ਉਹ ਕਦੀ ਵੀ ਸ਼ੈਤਾਨ ਦੀ ਚਾਲ ਵਿੱਚ ਨਹੀਂ ਫਸਣਗੇ, ਪਰ ਉਹ ਆਪਣੀ ਮੁਕਤੀ ਨੂੰ ਦੇਖਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਹਾਲੇਲੂਇਆ। ਜੇ ਆਪਾਂ ਕੂਚ ਦੀ ਕਿਤਾਬ ਦੇ ਵਿੱਚ ਜਿਹੜੇ 10 ਹੁਕਮ ਆ, ਕੂਚ 20 ਉਹਦੀ 8 ਤੋਂ 11 ਦੇ ਵਿੱਚ ਆ, ਤੁਸੀਂ ਘਰਾਂ ਦੇ ਵਿੱਚ ਜਾ ਕੇ ਜ਼ਰੂਰ ਪੜ੍ਹਿਓ ਇਹਨੂੰ। ਜਿਹੜਾ 8 ਤੋਂ 11 ਨੰਬਰ ਵਰਸਿਸ ਦਾ ਪੋਰਸ਼ਨ ਆ, ਉੱਥੇ ਸਬਤ ਦੇ ਦਿਨ ਦਾ ਜ਼ਿਕਰ ਕੀਤਾ ਗਿਆ ਆ। ਉੱਥੇ ਲਿਖਿਆ ਪਰਮੇਸ਼ਵਰ ਦੇ ਵੱਲੋਂ ਸਾਨੂੰ ਹੁਕਮ ਆ ਕਿ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ। ਔਰ ਇਸ ਦਿਨ ਨਾ ਤੂੰ, ਨਾ ਤੇਰਾ ਧੀ, ਨਾ ਤੇਰਾ ਪੁੱਤਰ, ਨਾ ਕੋਈ ਤੇਰਾ ਗੋਲਾ ਨਾ ਗੋਲੀ, ਨਾ ਤੇਰੇ ਫਾਟਕਾਂ ਦੇ ਅੰਦਰ ਕੋਈ ਪਰਦੇਸੀ, ਤੇ ਨਾ ਤੇਰਾ ਮਾਲ ਡੰਗਰ ਕੋਈ ਕੰਮ ਨਾ ਕਰੇ। ਪਰ ਇਸ ਦਿਨ ਨੂੰ ਪਵਿੱਤਰ ਜਾਣ ਕੇ, ਫਿਰ ਤੋਂ ਮੈਂ ਕਹਿੰਦੀ ਪਵਿੱਤਰ ਜਾਣ ਕੇ, ਪਰਮੇਸ਼ਵਰ ਨੇ ਕਿਹਾ ਮੇਰੀ ਹਜ਼ੂਰੀ ਦੇ ਵਿੱਚ ਬੈਠਣਾ ਤੇ ਚੇਤੇ ਰੱਖਣਾ ਆ। ਔਰ ਲਿਖਿਆ ਆ 6 ਦਿਨ ਕੰਮ ਕਰ ਤੇ ਸਬਤ ਨੂੰ ਪਵਿੱਤਰ ਜਾਣ, 7ਵੇਂ ਦਿਨ ਨੂੰ ਪਵਿੱਤਰ ਜਾਣ ਤੇ ਚੇਤੇ ਰੱਖ। ਜਦੋਂ ਮੈਂ ਇਸ ਵਰਡਸ ਨੂੰ ਪੜ੍ਹਿਆ, ਮੈਨੂੰ ਇੱਕ ਨਿਊ ਵੇ ਦੇ ਨਾਲ ਸਮਝ ਆਈ, ਇੱਕ ਨਵੇਂ ਤਰੀਕੇ ਦੇ ਨਾਲ ਸਮਝ ਆਈ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਸਬਤ ਦੇ ਦਿਨ ਚਮਤਕਾਰ ਕਿਉਂ ਕੀਤੇ। ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਦੱਸਿਆ ਕਿ ਪਰਮੇਸ਼ਵਰ 7 ਦਿਨ ਕੰਮ ਕਰਨ ਦੇ ਲਈ ਸਾਮਰਥੀ ਪਰਮੇਸ਼ਵਰ ਆ। ਹਾਲੇਲੂਇਆ। ਪਰਮੇਸ਼ਵਰ ਨੇ ਸਬਤ ਦੇ ਦਿਨ ਵੀ ਛੁੱਟੀ ਨਹੀਂ ਕੀਤੀ। ਔਰ ਉਸ ਤੋਂ ਵੀ ਜਿਹੜਾ ਇੱਕ ਰਾਜ ਪਰਮੇਸ਼ਵਰ ਦੇ ਆਤਮਾ ਨੇ ਮੇਰੇ ਉੱਤੇ ਪ੍ਰਗਟ ਕੀਤਾ ਜਸਟ ਥੋੜੇ ਮਿੰਟ ਪਹਿਲਾਂ, ਕਿ ਪਰਮੇਸ਼ਵਰ ਨੇ ਕਿਹਾ 6 ਦਿਨ ਕੰਮ ਕਰੀ ਤੇ 7ਵੇਂ ਦਿਨ ਤੂੰ ਕੰਮ ਨਹੀਂ ਕਰਨਾ, ਨਾ ਤੇਰੇ ਬੱਚੇ ਕੰਮ ਕਰਨ, ਨਾ ਤੇਰੇ ਨੌਕਰ ਕੰਮ ਕਰਨ, ਨਾ ਤੇਰਾ ਮਾਲ ਡੰਗਰ ਵਾਹੀ ਤੂੰ, ਤੇ ਜਿਹੜਾ ਤੇਰੇ ਕੋਈ ਗੈਸਟ ਆਇਆ ਆ ਉਹ ਵੀ ਕੰਮ ਨਾ ਕਰੇ। ਪਰ ਤੂੰ ਉਸ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖੀ ਤੇ ਮੇਰੀ ਹਜ਼ੂਰੀ ਦੇ ਵਿੱਚ ਆਈ। ਇਹਦਾ ਮਤਲਬ ਆ ਪਰਮੇਸ਼ਵਰ ਨੇ ਕਿਹਾ 7ਵੇਂ ਦਿਨ ਮੈਂ ਤੁਹਾਡੇ ਲਈ ਕੰਮ ਕਰਾਂਗਾ। ਹਾਲੇਲੂਇਆ। 6 ਦਿਨ ਤੁਸੀਂ ਕੰਮ ਕਰਦੇ ਆ, 7ਵੇਂ ਦਿਨ ਪਰਮੇਸ਼ਵਰ ਨੇ ਕਿਹਾ ਮੈਂ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਾਂਗਾ। ਤੇਰੇ ਧੀਆਂ ਪੁੱਤਰਾਂ ਦੇ ਜੀਵਨ ਵਿੱਚ ਵੀ 7ਵੇਂ ਦਿਨ ਮੈਂ ਕੰਮ ਕਰਾਂਗਾ। ਤੇਰੇ ਮਾਲ ਡੰਗਰ ਦੇ ਲਈ ਵੀ ਕਰਾਂਗਾ, ਤੇਰੇ ਪਰਦੇਸੀਆਂ ਦੇ ਲਈ ਵੀ ਕਰਾਂਗਾ, ਤੇਰੇ ਗੋਲੇ ਗੋਲੀਆਂ ਦੇ ਲਈ ਵੀ ਕਰਾਂਗਾ। ਔਰ ਉਹਨੇ ਕਿਹਾ ਪਵਿੱਤਰ ਜਾਣ ਕੇ ਚੇਤੇ ਰੱਖ। ਤੁਸੀਂ ਦੇਖੋ, ਜਦੋਂ ਅਸੀਂ ਸਬਤ ਦੇ ਦਿਨ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ, ਅਸੀਂ ਬਹੁਤ ਹੱਦ ਤੱਕ ਹਰ ਪ੍ਰਕਾਰ ਦੀ ਬੁਰਾਈ ਤੋਂ ਦੂਰ ਰੱਖਦੇ ਆਪਣੇ ਆਪ ਨੂੰ।
उस दिन असी कोई नॉनसेंस वर्ड नहीं बोलते अपने मूँह चों, कहना अज का दिन बहुत पवित्र दिन है, परमेश्वर की हजूरी च बैठे मेरे मूँह चों कुछ गलत ना निकल जाए, मैं किसी वाल गलत नज़र नाल नहीं देखना, मैं किसी नाल लड़ाई नहीं करनी। असी बहुत हद तक अपने मन नूं हलीम कीता हुंदा। और वचन दे विच लिखिया मैं पवित्र हाँ तुसी पवित्र बनो। और जदों असी परमेश्वर की हजूरी विच पवित्र दिन नूं आउंदे आ, खुद नूं पवित्रताई दे विच रख के लैके आउंदे आ, और उस दिन परमेश्वर फिर साडे जीवन दे विच काम करके दिखाउंदे आ कि देख 6 दिन तू काम करदा सी, 7वें दिन मैं इहो जिहा काम करांगा कि आउण वाले तेरे सारे दिन सौखे हो जाणगे। हालेलुया। इसलिए सानू समझण दी जरूरत है कि परमेश्वर दा एक एक वचन गहरे भेतां दे नाल भरिया होया है, और बहुत ज़्यादा गहरे भेतां दे नाल भरिया होया है। अज भी बेशक जे असी व्यवस्था के अनुसार जाइए तो शनिवार जिहड़ा आ वो सबत का दिन बनता है, पर साडे कानून के अनुसार सानू ऐतवार नूं छुट्टी हुंदी है स्कूलों चों, कम्मां चों, जॉब तो आपां सारे जने इस दिन नूं मुकर करके परमेश्वर की हजूरी विच इकट्ठे बैठ के आराधना करते हैं, परमेश्वर जी की उपासना करते हैं। तो अज का दिन साडे लई पवित्र दिन है, क्योंकि जिस वेले असी परमेश्वर की हजूरी विच बैठ जाइए उही दिन साडे लई पवित्र है। हालेलुया। और न्यू टैस्टामेंट दे विच साफ साफ लिखिया, कहंदा दिनां ते परबां लई ना लड़ियो, कहंदा ये तुहाडे विच लड़ाई दे विषय ना होण कि आ दिन चंगा नहीं, आ दिन चंगा नहीं, क्योंकि परमेश्वर ने जिन्ने भी दिन बनाए तो परमेश्वर ने कहा यह चंगा है। हालेलुया। इसलिए वो दिन कितना ज़्यादा ब्लैसड है, कितना ज़्यादा चंगा है, जिस दिन असी परमेश्वर की हजूरी दे विच आण के बैठ जाने आ वो दिन ही सब तो बेस्ट है। हालेलुया। तो अज का दिन साडी जिंदगी दे विच पवित्र दिन है, बेस्ट है साडी लाइफ का, क्योंकि असी परमेश्वर की हजूरी विच बैठे हैं। और 6 दिन असी अपने जोर दे नाल सारा कुछ किया, और अज तुसी परमेश्वर के जोर नूं अपने जीवन दे विच देखोगे। हालेलुया। सबत दे दिन परमेश्वर दे पुत्र प्रभु यीशु मसीह जी ने, जो खुद सबत दे दिन दा मालिक आ, 38 वरियां दे रोगी नूं चंगिया कीता। हालेलुया। 38 वरे मूँह नाल कहने सौखे आ, पर जिन्ने 38 साल बीमारी दे विच गुजारे होण वो जानदा 38 सालां दा संताप की आ। डॉक्टर किसी नूं कह देना कि असीं 36 घंटे देखने आ, कि अगर ये 36 घंटे बर्दाश्त कर गया, अपनी बीमारी नूं चल गया, सरवाइव कर गया, तो ये खतरे तो बाहर आ। तुसी सोचो उन्हें 38 साल अपनी बीमारी दे विच सरवाइव किया, और जिस दिन उस 38 वरियां दे रोगी दी शिफा प्रभु यीशु मसीह जी ने की, वचन दे विच लिखिया है, जदों तुसी घरां दे विच जाके पढ़ना है तुसी जरूर देखियो, यूहन्ना दी किताब उहदा 5 नंबर अध्याय उहदी 8 तो 16 नंबर पंक्ति दे विच घरां विच जाके पढ़ लियो तुसी। और लिखिया वो प्लेस जिहड़ी बैतसदा अखवाउंदी आ, उस जगह ते लूले लंगे लोग, मांदगी दे विच पए हुए लोग पए हुंदे सीगे, और प्रभु यीशु मसीह जी ने उस जगह नूं विजिट किया जिथे बीमार लोग शिफा लैण दे लई आउंदे सी, पर उन्हां दे नाल कोई ना कोई हैल्पर हुंदा सी जिहड़ा उन्हां दी हैल्प करे। उत्थे एक तलाब सी, एक पानी दा चला सीगा, जिहदे विच सुपरनैचुरल तरीके दे नाल पानी एक फरिश्ता हिलाउंदा सीगा, और जिहड़ा उस जिंदा होए पानी दे विच, उस हिलदे होए पानी दे विच उतरदा सी ते उहनूं शिफा मिल जांदी सी। पर एक उत्थे इहो जिहा रोगी सी जिहड़ा 38 साल दा सी, ओहदी मदद करन वाला कोई नहीं सी, कोई ओहदे नाल हैल्पर नहीं सी कि उहनूं उस पानी दे विच उतारे ते ओह रोगी शिफा पा लवे। और जदों प्रभु यीशु मसीह जी ने उत्थे विजिट किया, तो प्रभु यीशु मसीह जी ने उहनूं पुछया कि तू चंगा होना चाहुंदा है? तो उन्हें कहा पर मेरी तो मदद करने वाला कोई नहीं है जिहड़ा मैनूं इस पानी दे विच उतारे। तुहानूं पता उन्होंने पानी विच उतरना नहीं पिया, पर प्रभु यीशु मसीह जी ने कहा उठ ते अपनी मंजी चुक के तुर पा। हालेलुया। इन्ना सामर्थी आ साडा यीशु मसीह, साडा मुक्तिदाता परमेश्वर,
ਕਿ ਉਹਦੇ ਕਹਿਣ ਦੇ ਨਾਲ 38 ਵਰਿਆਂ ਦਾ ਰੋਗੀ ਚੰਗਾ ਹੋ ਗਿਆ। ਔਰ ਵਚਨ ਦੇ ਵਿੱਚ ਲਿਖਿਆ ਉਹ ਉੱਠਿਆ ਤੇ ਉਹ ਚੁੱਕ ਕੇ ਮੰਜੀ ਨੂੰ ਤੁਰ ਪਿਆ। ਔਰ ਉਹ ਸਬਤ ਦਾ ਦਿਨ ਸੀ। ਉਹ ਇਦਾਂ ਆਪਾਂ ਨੂੰ ਪਤਾ ਲੱਗਦਾ ਜਦੋਂ ਤੁਸੀਂ ਪੂਰਾ ਪੜੋਗੇ ਤਾਂ ਉੱਥੇ ਲਿਖਿਆ ਜਦੋਂ ਉਹ ਚੱਕ ਕੇ ਤੁਰਿਆ ਜਾਂਦਾ ਸੀਗਾ ਤਾਂ ਜਿਹੜੇ ਧਾਰਮਿਕ ਆਗੂ ਸੀਗੇ ਉਸ ਵੇਲੇ ਦੇ, ਉਹਨਾਂ ਨੇ ਪੁੱਛਿਆ ਤੈਨੂੰ ਨਹੀਂ ਪਤਾ ਸਬਤ ਦੇ ਦਿਨ ਆਪਣਾ ਮੰਜਾ ਬਿਸਤਰਾ ਚੱਕ ਕੇ ਤੁਰਨਾ ਸਹੀ ਨਹੀਂ ਆ, ਤੂੰ ਕਿੱਦਾਂ ਤੁਰਿਆ ਜਾਂਦਾ ਆ? ਉਹਨਾਂ ਨੇ ਉਹਦੀ ਸ਼ਿਫਾ ਵੱਲ ਧਿਆਨ ਨਹੀਂ ਦਿੱਤਾ, ਉਹਨਾਂ ਨੇ ਉਹਦੀ ਟੈਸਟੀਮਨੀ ਵੱਲ ਧਿਆਨ ਨਹੀਂ ਦਿੱਤਾ, ਉਹਨਾਂ ਨੇ ਉਹਦੇ ਸੌਖੇ ਹੋਣ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਨੂੰ ਚਾਅ ਨਹੀਂ ਚੜਿਆ ਕਿ 38 ਸਾਲ ਤੋਂ ਇੱਥੇ ਰੇਂਗਦਾ ਸੀ, ਇੱਥੇ ਪਿਆ ਸੀ, ਸੜ ਰਿਹਾ ਸੀ, ਗਲ ਰਿਹਾ ਸੀ। ਉਹਨਾਂ ਨੂੰ ਖੁਸ਼ੀ ਨਹੀਂ ਹੋਈ ਕਿ ਚੰਗਾ ਹੋ ਗਿਆ। ਉਹਨਾਂ ਨੇ ਕਿਹੜੀ ਚੀਜ਼ ਵੱਲ ਧਿਆਨ ਦਿੱਤਾ ਕਿ ਇਹ ਠੀਕ ਨਹੀਂ ਆ, ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ, ਤੂੰ ਇਦਾਂ ਕਿਉਂ ਕੀਤਾ? ਉਹਨੇ ਕਿਹਾ ਮੈਂ ਇਸ ਲਈ ਕੀਤਾ ਕਿਉਂਕਿ ਜਿੰਨੇ ਮੈਨੂੰ ਚੰਗਿਆ ਕੀਤਾ ਉਹਨੇ ਮੈਨੂੰ ਕਿਹਾ ਆਪਣਾ ਬਿਸਤਰਾ ਚੱਕ ਦੇ ਤੁਰ ਪਾ, ਤੇ ਮੈਂ ਤੁਰ ਪਿਆ। ਉਹਨੇ ਪੁੱਛਿਆ ਕਿੰਨੇ ਤੈਨੂੰ ਚੰਗਾ ਕੀਤਾ? ਕਹਿੰਦਾ ਮੈਨੂੰ ਤੇ ਉਹਦਾ ਪਤਾ ਨਹੀਂ ਆ, ਜਿਹਨੇ ਮੈਨੂੰ ਚੰਗਾ ਕੀਤਾ ਮੈਂ ਨਹੀਂ ਉਹਨੂੰ ਜਾਣਦਾ। ਉਹ ਨਹੀਂ ਜਾਣਦਾ ਸੀ ਕਿ ਕੀ ਨਾਮ ਆ ਔਰ ਕੌਣ ਆ ਉਹ ਜਿਹਨੇ ਮੈਨੂੰ ਚੰਗਾ ਕੀਤਾ। ਅੱਜ ਵੀ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਹੋ ਸਕਦੇ ਆ ਜਿਹੜੇ ਤੁਹਾਡੀ ਚੰਗਿਆਈ ਵੱਲ ਦੇਖ ਕੇ ਖੁਸ਼ ਨਾ ਹੋਣ, ਜਿਹੜੇ ਤੁਹਾਨੂੰ ਐਪਰੀਸ਼ੀਏਟ ਨਾ ਕਰਨ, ਜਿਹੜੇ ਤੁਹਾਨੂੰ ਮੁਬਾਰਕਬਾਦ ਨਾ ਦੇਣ ਕਿ ਦੇਖ ਤੇਰੀ ਫਲਾਨੀ ਸਮੱਸਿਆ ਦਾ ਹੱਲ ਹੋ ਗਿਆ, ਤੇਰੀ ਫਲਾਨੀ ਬਿਪਤਾ ਤੈਨੂੰ ਛੱਡ ਕੇ ਚਲੇਗੀ, ਤੇਰਾ ਆਦਮੀ ਨਸ਼ੇ ਕਰਨੇ ਛੱਡ ਗਿਆ, ਤੁਹਾਡੇ ਘਰ ਦਾ ਕਲੇਸ਼ ਖਤਮ ਹੋ ਗਿਆ। ਪਰ ਤੁਹਾਨੂੰ ਉਹ ਇਹ ਜ਼ਰੂਰ ਕਹਿ ਸਕਦੇ ਆ ਤੂੰ ਕੀ ਕੀਤਾ, ਤੂੰ ਚਰਚ ਜਾਣਾ ਸ਼ੁਰੂ ਕਰ ਦਿੱਤਾ, ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ, ਤੈਨੂੰ ਆਹ ਕੰਮ ਨਹੀਂ ਕਰਨਾ ਚਾਹੀਦਾ ਸੀ, ਤੈਨੂੰ ਆਪਣੇ ਮੁੰਡੇ ਦੇ ਵਿਆਹ ਤੇ ਮਾਈਆਂ ਜ਼ਰੂਰ ਲਾਉਣਾ ਚਾਹੀਦਾ ਸੀ, ਮਾਈਆਂ ਲਾਉਣਾ ਨਹੀਂ ਛੱਡਣਾ ਚਾਹੀਦਾ ਸੀ, ਇਹ ਤਾਂ ਸਗਨ ਹੁੰਦਾ ਆ, ਇਹ ਤਾਂ ਫਲਾਨਾ ਕੰਮ ਹੁੰਦਾ, ਮਰਗ ਦੇ ਵੇਲੇ ਦੇ ਵਿੱਚ ਕਈ ਰੀਤੀ ਰਿਵਾਜ, ਤੈਨੂੰ ਮੁਰਦੇ ਦੇ ਮੂੰਹ 'ਚ ਘਿਓ ਜ਼ਰੂਰ ਪਾਉਣਾ ਚਾਹੀਦਾ ਸੀਗਾ, ਇਹ ਤਾਂ ਤੇਰੇ ਤੋਂ ਗਲਤੀ ਹੋ ਗਈ। ਉਹ ਤੁਹਾਡੀ ਬਲੈਸਿੰਗ ਨੂੰ ਨਹੀਂ ਦੇਖਦੇ, ਪਰ ਉਹ ਉਹਨਾਂ ਡੋਰਾਂ ਦੇ ਵਿੱਚ ਵੱਜੇ ਹੋਏ ਆ ਜਿਨ੍ਹਾਂ ਦੇ ਵਿੱਚ ਤੁਸੀਂ ਜਕੜੇ ਹੁੰਦੇ ਆ। ਉਹ ਉਹਨਾਂ ਡੋਰਾਂ ਨੂੰ ਬੰਨ੍ਹ ਕੇ ਰੱਖਣਾ ਚਾਹੁੰਦੇ, ਉਹਨਾਂ ਨੂੰ ਟੁੱਟਦਿਆਂ ਨਹੀਂ ਦੇਖਣਾ ਚਾਹੁੰਦੇ, ਬੇਸ਼ੱਕ ਉਹਨਾਂ ਦੇ ਟੁੱਟਣ ਦੇ ਬਾਅਦ ਤੁਹਾਡੀ ਆਜ਼ਾਦੀ ਹੋਏ। ਪਰ ਤੁਸੀਂ ਡਿਸਅਪੁਆਇੰਟ ਨਹੀਂ ਹੋਣਾ, ਬੇਸ਼ੱਕ ਕੋਈ ਤੁਹਾਡੀ ਸ਼ਿਫਾ ਵੱਲ ਦੇਖੇ ਜਾਂ ਨਾ ਦੇਖੇ, ਕੋਈ ਤੁਹਾਡੀ ਬਰਕਤ ਵੱਲ ਦੇਖੇ ਜਾਂ ਨਾ ਦੇਖੇ, ਪਰ ਤੁਹਾਡਾ ਧਿਆਨ ਤੁਹਾਡੀ ਟੈਸਟੀਮਨੀ ਤੇ ਹੋਣਾ ਚਾਹੀਦਾ ਕਿ ਮੇਰੇ ਪਰਮੇਸ਼ਵਰ ਨੇ ਮੇਰੀ ਜ਼ਿੰਦਗੀ ਵਿੱਚ ਕੀ ਕੰਮ ਕੀਤਾ ਆ। ਤੁਸੀਂ ਉਹਦੇ ਤੋਂ ਫਿਰਨੇ ਨਹੀਂ ਚਾਹੀਦੇ, ਤੁਸੀਂ ਅਕਿਰਤਕਣ ਨਹੀਂ ਬਣਨੇ ਚਾਹੀਦੇ, ਪਰ ਤੁਸੀਂ ਆਪਣੇ ਪਰਮੇਸ਼ਵਰ ਦੇ ਕੀਤੇ ਹੋਏ ਕੰਮ ਦੀ ਮਹਿਮਾ ਜ਼ਰੂਰ ਪ੍ਰਗਟ ਕਰਨੀ ਆ। ਹਾਲੇਲੂਇਆ। ਅੱਜ ਵੀ ਇੱਥੇ ਬਹੁਤ ਸਾਰੇ ਲੋਕ ਹੋ ਸਕਦੇ ਜਿਨ੍ਹਾਂ ਨੂੰ ਨਹੀਂ ਪਤਾ ਯਿਸੂ ਮਸੀਹ ਕੌਣ ਆ, ਪਰ ਫਿਰ ਵੀ ਅੱਜ ਅਗਰ ਉਹ ਵਿਸ਼ਵਾਸ ਲੈ ਕੇ ਆਏ ਆ ਔਰ ਜਦੋਂ ਇੱਥੇ ਸ਼ਬਦ ਬੋਲੇ ਜਾਣੇ ਆ ਉਹਨਾਂ ਨੇ ਚੰਗੇ ਹੋ ਜਾਣਾ ਯਾਰ। ਮੈਂ ਦੱਸਣਾ ਚਾਹੁੰਦੀ ਹਾਂ ਪ੍ਰਭੂ ਯਿਸੂ ਮਸੀਹ ਸਰਵ ਸ਼ਕਤੀਮਾਨ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਦਾ ਪੁੱਤਰ ਆ, ਜੋ ਜਿਸਮ ਦੇ ਵਿੱਚ ਖੁਦ ਪਰਮੇਸ਼ਵਰ ਆਪ ਆਏ ਔਰ ਆਪਣੇ ਆਪ ਨੂੰ ਪੁੱਤਰ ਸਾਬਤ ਕੀਤਾ। ਔਰ ਉਹੀ ਯਿਸੂ ਨਾਮ ਆ ਜਿਸ ਨਾਮ ਦੇ ਵਿੱਚ ਮੁਕਤੀ ਮਿਲਦੀ ਆ, ਜਿਸ ਨਾਮ ਦੇ ਵਿੱਚ ਸ਼ਿਫਾਵਾਂ ਹੁੰਦੀਆਂ ਆ। ਹਾਲੇਲੂਇਆ। ਔਰ ਵਚਨ ਦੇ ਵਿੱਚ ਲਿਖਿਆ ਫਿਰ ਇੱਕ ਦਿਨ ਯਿਸੂ ਮਸੀਹ ਜੀ ਦੇ ਨਾਲ ਫਿਰ ਤੋਂ 38 ਸਾਲ ਵਾਲੇ ਰੋਗੀ ਦਾ ਸਾਹਮਣਾ ਹੋ ਗਿਆ। ਔਰ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਦੇਖ ਤੂੰ ਚੰਗਾ ਹੋ ਗਿਆ ਆ, ਹੁਣ ਪਾਪ ਨਾ ਕਰੀ, ਕਿਤੇ ਐਦੋਂ ਵੀ ਵੱਡੀ ਬਿਪਤਾ ਵਿੱਚ ਨਾ ਫਸ ਜੀ ਜਿਹੜੀ ਪਹਿਲਾਂ ਤੇਰੇ ਉੱਤੇ ਸੀ। ਔਰ ਉਸ ਦਿਨ ਉਹਨੇ ਜਾਣਿਆ ਕਿ ਇਹ ਯਿਸੂ ਆ। ਔਰ ਲਿਖਿਆ ਉਹ ਭੱਜ ਕੇ ਆਪਣੇ ਆਗੂਆਂ ਦੇ ਕੋਲ, ਧਾਰਮਿਕ ਲੀਡਰਸ ਦੇ ਕੋਲ ਗਿਆ। ਉਹਨੇ ਕਿਹਾ ਜਿੰਨੇ ਮੈਨੂੰ ਕਿਹਾ ਸੀ ਨਾ ਚੰਗਾ ਹੋ ਜਾ ਤੇ ਮੰਜੀ ਚੱਕ ਲਾ, ਉਹਦਾ ਨਾਮ ਯਿਸੂ ਆ। ਹਾਲੇਲੂਇਆ। ਅੱਜ ਵੀ ਜਿਸ ਨਾਮ ਦੇ ਵਿੱਚ ਤੁਸੀਂ ਸ਼ਿਫਾਵਾਂ ਪਾਉਣੀਆਂ ਆ, ਜਿਸ ਨਾਮ ਦੇ ਵਿੱਚ ਤੁਸੀਂ ਚੰਗੇ ਹੋਣਾ ਆ, ਉਹ ਨਾਮ ਯਿਸੂ ਆ। ਹਾਲੇਲੂਇਆ। ਔਰ ਤੁਸੀਂ ਇਸ ਵਚਨ ਨੂੰ ਸੁਣਦਿਆਂ ਸੁਣਦਿਆਂ ਆਪਣੀ ਨੇਚਾ ਦੇ ਲੈਵਲ ਨੂੰ ਉੱਚਾ ਕਰੋ, ਆਪਣੇ ਨੇਚਾ ਨੂੰ ਵਧਾਓ, ਕਿਉਂਕਿ ਜਿੱਥੇ ਵੀ ਬਾਈਬਲ ਦੇ ਵਿੱਚ ਚਮਤਕਾਰ ਹੋਇਆ ਆ
वचन दे विच लिखिया है कि प्रभु यीशु मसीह जी ने क्या, जिद्दां तेरी नेचा उदां तेरे नाल हो जे। तेरी नेचा ने तैनूं चंगिया कीता, जे तू नेचा करदा फिर तेरे नाल हो जवे। तां उस मिरेकल दे विच नेचा दा जिक्र कीता गया है। हालेलुया। इसलिए साडे चमत्कार दे लई साडी नेचा दा वड्डा ते मजबूत होना बहुत जरूरी आ। साडी शिफा दे लई साडी नेचा दा वड्डा ते मजबूत होना बहुत जरूरी आ। और साडी नेचा सर्वशक्तिमान परमेश्वर ते होनी बहुत जरूरी आ। हालेलुया। और सबत दे दिन एक होर रोगी नूं चंगिया कीता जेदा हथ सुक्का होया। जेड़े धार्मिक लोग सीगे वो चैक करना चाहते सी प्रभु यीशु मसीह नूं कि इह सबत दे दिन किसे नूं चंगा करदा कि नहीं करदा। तो वचन दे विच लिखिया प्रभु यीशु मसीह अपने समाज दे विच गए ते उत्थे एक व्यक्ति सीगा। तुसी ये वाला रैफरेंस भी अगर पढ़ना होए, मरकुस की किताब उहदा 3 नंबर अध्याय उहदी 1 तो 6 नंबर पंक्ति दे विच दर्ज आ। तो प्रभु उस समाज दे विच गए तो उत्थे धार्मिक लीडर भी सीगे, फरीसी लोग, और उत्थे ही एक सुक्के हाथ वाला व्यक्ति सीगा। तो प्रभु यीशु मसीह दे वल नूं ओ देख रहे सी कि की करदा है सबत दे दिन, क्योंकि वो जानते सी कि ये सबत दे दिन चमत्कार करदा है, सबत दे दिन ये शिफा दा काम करदा है। और वो किसी तरीके दे नाल ट्रैप दे विच फसाउणा चाहुंदे सी, जाल च फसाउणा चाहुंदे सी कि वो कुछ इहो जिहा फड़न कि जिहदे बदले च प्रभु यीशु मसीह नूं ओ फड़ सकण ते सज़ा दे सकण। तां जदों प्रभु यीशु मसीह ने उहनूं खड़ा किया कि लिखिया आ लोकां दे विचकार उन्होंने खड़ा किया, और ओदे सुक्के हथ नूं हील करन तो पहला वो जिहड़े लोग उधर नूं देखदे सीगे। तो प्रभु यीशु मसीह जी ने कहा कि सबत दे दिन भला करना योग है कि बुरा करना योग है, भलाई करनी चंगी है कि बुरा काम करना चंगा है। तो वचन च लिखा कुछ नहीं बोले, उन्हां दी बोलती बंद हो गई। तो प्रभु यीशु मसीह ने क्रोध नाल उन्हां वल देखिया, क्यों? क्योंकि वो प्रभु यीशु मसीह नूं परखना चाहुंदे सीगे। और वचन दे विच लिखिया प्रभु यीशु मसीह ने उस सुक्के हथ वाले नूं शिफा दित्ती और ओदा हथ बिल्कुल ठीक हो गया। हालेलुया। और सबत दे दिन दे विच भलाई करनी योग आ, इसलिए अज भी सबत दा दिन आ, अज भी तुसी परमेश्वर दी हजूरी विच आए आ, अज भी सबत दा मालिक साडे दरम्यान आ, शिफा करने वाला परमेश्वर, शिफा करने वाले परमेश्वर दा आत्मा और यीशु नासरी खुद अपने आत्मा दे द्वारा अज भी आप जी नूं शिफावां देणगे। हालेलुया। प्रभु दी वडियाई होए। आपां देखते हैं जबूरां दी किताब उहदा 6 नंबर अध्याय उहदी 2 तो 4 नंबर पंक्ति च इदां लिखिया, हे यहोवा मेरे उत्ते दया कर क्यों जो मैं कुमला रहा हाँ। हे यहोवा मैनू चंगिया कर क्यों जो मेरियां हड्डियां व्याकुल हन, मेरी जान भी अत व्याकुल है। अते तू यहोवा कदों तक, हे यहोवा मोड़िया मेरी जान नू छुड़ा, अपनी दया दे कारण मैनू बचा। तुसी जदों जबूरां दी किताब देखोगे तो तुसी उहदे विच देखियो किद्दां एक परमेश्वर दे प्यारे बंदे नूं परमेश्वर दे नाल गल करनी चाहिदी आ, तुहानूं समझ आऊगी। अज बहुत सारे भैण भरा इहो जिहे आ जिन्हां नूं परमेश्वर दे नाल गल नहीं करनी आउंदी, अर्थात जिहड़े कहंदे सानूं प्रार्थना नहीं करनी आउंदी, जिस करके उन्हां दी शिफा रुकी रहिंदी आ, जिस करके उन्हां दा छुटकारा रुकिया रहिंदा है। अगर तुसी सही समय ते सही अखरां दे नाल सामर्थी परमेश्वर दी हजूरी विच प्रार्थना करो, परमेश्वर दे नाल गलबात करो, तां तुहाडी शिफा, तुहाडा छुटकारा, तुहाडी गवाही पक्की आ। हालेलुया। असीं सिੱਖਣਾ आ कि किद्दां असीं परमेश्वर दे नाल गल करनी आ। बहुत सारे लोग परमेश्वर नूं अपने घर दे छोटू जिन्नी भी इज्जत नहीं दिंदे, वो परमेश्वर दे नाल बहुत अजीब तरीके नाल गल करदे आ। परमेश्वर दा आदर करना उन्हां नूं नहीं आउंदा, परमेश्वर दी महिमा करनी उन्हां नूं नहीं आउंदी, और परमेश्वर दे नाल वार्तालाप करना उन्हां नूं नहीं आउंदा, गलबात करनी उन्हां नूं नहीं आउंदी। पर सानूं सिੱਖਣਾ पऊगा।
अगर असी अपने जीवन दे विच एक चंगा नतीजा लेना आ, फिर सानू ये चीज़ां सीखणियां पैणगियां, क्योंकि जो आदर महिमा दे योग परमेश्वर आ, वो आदर महिमा तुसी अपने किसी भैन भरा नू नहीं दे सकते, अपने माता पिता नू नहीं दे सकते, अपने रिश्तेदार नू नहीं दे सकते, क्योंकि वही सब तो महिमा दे योग आ। और इत्थे असी किन्ने नाइस वर्ड देखते हैं, कहंदा मेरियां हड्डियां व्याकुल आ, हे यहोवा मैनू चंगिया कर, हे मेरे परमेश्वर मैनू चंगिया कर। कदों तक का मतलब मैं कद तक इंतजार करा, प्रभु कद तक तुसी मैनू नहीं चंगिया करोगे, हुण तां मेरी जान भी जिहड़ी आ व्याकुल हो गई आ। हे प्रभु मेरे वल मोड़ आओ, मेरी जान नू छुड़ाओ, मेरे उत्ते दया करो। अज ये शब्द तुहानू बोलण दी जरूरत आ। और पवित्र वचन सानू इदां सिखाउंदा आ, जिस काम दे लई असी परमेश्वर दे कोल आए हैं, परमेश्वर दे वचन दे राहीं सानू ओ काम दे लई प्रार्थना करनी चाहिदी है। क्योंकि हो सकता साडी प्रार्थना करन दा तरीका ना ठीक होए, हो सकता साडे अखर ठीक ना होण, हो सकता साडे जीवन दे विच कुछ कमी होए, पर परमेश्वर दे वचन विच कोई कमी नहीं आ। इसलिए जदों तुसी परमेश्वर दे वचन दे अनुसार प्रार्थना करदे आ, परमेश्वर दा वचन बोल के प्रार्थना करदे आ, फिर तुहाडी शिफा यकीनन हुंदी आ। हालेलुया। अज तुसी इत्थे शिफावां लैण वास्ते आए आ, अपनी समस्यावां तो हल प्राप्त करन वास्ते आए आ, ਤਾਂ ਤੁਸੀਂ ਜ਼ਰੂਰ ਉਸ ਹੀਲਿੰਗ ਪ੍ਰੇਅਰ ਦੇ ਟਾਈਮ ਦੇ ਵਿੱਚ ਪਰਮੇਸ਼ਵਰ ਦੇ ਵਚਨਾਂ ਨੂੰ ਯਾਦ ਕਰਨਾ ਕਿ ਪ੍ਰਭੂ ਤੁਸੀਂ 38 ਵਰਿਆਂ ਦੇ ਰੋਗੀ ਨੂੰ ਚੰਗਾ ਕੀਤਾ, ਮੈਨੂੰ ਵੀ ਚੰਗਾ ਕਰੋ। ਪ੍ਰਭੂ ਤੁਸੀਂ ਸੁੱਕੇ ਹੱਥ ਵਾਲੇ ਨੂੰ ਹਰਿਆ ਕਰ ਦਿੱਤਾ, ਉਹਦਾ ਹੱਥ ਠੀਕ ਹੋ ਗਿਆ। ਅੱਜ ਮੇਰੀ ਵੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੇਰੀਆਂ ਬਰਕਤਾਂ ਸੁੱਕੀਆਂ ਹੋਈਆਂ ਆ, ਮੇਰੀ ਜ਼ਿੰਦਗੀ ਦਾ ਜਿਹੜਾ ਹਿੱਸਾ ਸੁੱਕਿਆ ਹੋਇਆ ਆ, ਉਹ ਆਬਾਦ ਹੋ ਜਾਏ, ਮੇਰੀਆਂ ਉਜਾੜਾਂ ਦੇ ਵਿੱਚ ਵੀ ਹਰਿਆਲੀ ਆ ਜਾਏ। ਹਾਲੇਲੂਇਆ। ਸੋ ਨਾਈਸ ਵਰਡਿੰਗਸ ਦੇ ਨਾਲ परमेश्वर दे वचन दे राहीं जदों असीं प्रार्थना करदे हां तां काम हुंदे आ और जरूर होणगे प्रभु यीशु मसीह जी दे नाम दे विच। और ज़बूर 107 ओदी 19-20 च लिखिया, तां ओह अपनी बिपता विच यहोवा दी दुहाई दिंदे, ਉਹ ਉਹਨਾਂ ਦੇ ਕਸ਼ਟਾਂ ਵਿੱਚੋਂ ਉਹਨਾਂ ਨੂੰ ਬਚਾਉਂਦਾ ਹੈ, ਉਹ ਆਪਣਾ ਬਚਨ ਘੱਲ ਕੇ ਉਹਨਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ। ਹਾਲੇਲੂਇਆ। ਕਹਿੰਦਾ ਆਪਣੀ ਬਿਪਤਾ ਵਿੱਚ ਉਹ ਯਹੋਵਾ ਦੀ ਦੁਹਾਈ ਦਿੰਦੇ ਆ। ਅੱਜ ਅਗਰ ਤੁਸੀਂ ਬਿਪਤਾ ਦੇ ਵਿੱਚ ਆ ਤਾਂ ਆਪਣੇ ਪਰਮੇਸ਼ਵਰ ਦੀ ਦੁਹਾਈ ਦਿਓ, ਕਹੋ हे परमेश्वर मैनू मेरी बिपता तो बाहर कड्डो, हे प्रभु मेरी बिपता तो मैनू छुटकारा दिओ, प्रभु मेरे संकट तो मैनू आज़ाद करो, प्रभु ये बंधन जिन्हां ने मैनू बन्निया होया ये बंधन अज तोड़ दिओ, इन्हां बंधनां चों मैनू आज़ादी मिले। वचन दे विच लिखिया ओ अपनी बिपता विच यहोवा दी दुहाई दिंदे, ओ उन्हां दे कष्टां विचों उन्हां नू बचाउंदा आ। जेड़े परमेश्वर दे अगे अपनी बिपता के समय में दुहाई दिंदे आ, परमेश्वर उन्होंने उन्होंने कष्टां तो बचाउंदा आ, अपना वचन घल के उन्होंने चंगा करदा ते तबाही तो बचाउंदा आ। वो अपना वचन भेजदा आ, अपना शब्द भेजदा आ, अपना वर्ड भेजदा आ, और वो इहो जिहा पावरफुल वर्ड हुंदा आ कि वो तुहाडी जीवन दे विच जाके हीलिंग ले आउंदा आ, डिलीवरेंस ले आउंदा आ, एक न्यू लाइफ लैके आउंदा, एक नवा जीवन लैके आउंदा आ, वो तुहानू आज़ादी दे दिंदा आ परमेश्वर दा वचन, और तबाह होण तो बचा लैंदा आ। हर वो तबाही जिहड़ी साडे गुनाह दा करके साडे वल नू तुरी हुंदी आ, जदों असी परमेश्वर दे अगे मिन्नतां करदे आ, असी तरले कढदे आ, असी अपने गुनाहां दी माफ़ी मंगदे आ, तां वचन विच लिखिया ओ अपना शब्द घल के, ओ अपना वचन घल के सानू नरोया कर दिंदा आ, चंगा करदा आ, ते उन्हां नू तबाही तो बचा लैंदा आ, ओ तबाही तो बचाउंदा आ। राइट आफ्टर सरमन वचन दे ठीक बाद दे विच परमेश्वर जी दे दास ने आना है, उन्होंने जदों आन के इत्थे प्रार्थना करनी है, परमेश्वर ने अज उन्होंने मूँह नू रेमा वर्ड दे नाल भरिया है। मैं यकीन करदी हां प्रभु यीशु जी दे नाम च, और जदों वो रेमा वर्ड तुहाडीआं लाइव्स दे उत्ते बोलिया जाना है, रिलीज़ किया जाना है, अनाउंस किया जाना है, प्रोक्लेम किया जाना है, तुसी देखियो तुसी तबाही तो बच जाना है और तुसी चंगे हो जाना है प्रभु यीशु मसीह जी दे नाम दे विच। रेमा वर्ड की है? स्पिरिचुअली दो तरह का शब्द काम करता है, रेमा वर्ड एंड लोगोस वर्ड।
रेमा वर्ड है जिहड़ा परमेश्वर दे आत्मा तो सीधा परमेश्वर दे धर्मी जना दे मन विच आउंदा आ। और जदों ओ मन विच आया होया रेमा वर्ड मूँह तो बोल दिता जाता आ तां ओ ऐन उदां काम करदा जिद्दां परमेश्वर दा शब्द काम करदा है। हालेलुया। और लोगोस वर्ड आ जो परमेश्वर दा लिखती वचन पवित्र बाइबल दे विच दर्ज है। हालेलुया। सो तुसी लोगोस वर्ड नू सुन रहे हैं और रेमा वर्ड ऑन द वे आ। और जिद्दां ही रेमा वर्ड तुहाडे लई प्रोक्लेम किया जाना है, बोलिया जाना है, नाल दी नाल काम शुरू हो जाने हैं प्रभु यीशु मसीह जी दे नाम दे विच। हालेलुया। क्योंकि इत्थे परमेश्वर अपने वचन दे राही तुहाडे मनां नू तैयार कर रहे हैं और इस दे बाद परमेश्वर अपने शब्द दे राही तुहाडे जिंदगी दे विच खुद आप काम करन जा रहे हैं। क्योंकि 6 दिन तुसी काम करके आए हैं, अज 7वें दिन परमेश्वर दे काम नू तुसी देखोगे। हालेलुया। और मत्ती दी किताब ओदा 9 नंबर अध्याय और ओदी 36 तो 38 नंबर पंक्ति दे विच लिखिया, अते जां उन्हें भीड़ां वेखियां तां उस नू उन्हां उत्ते तरस आया। हालेलुया। मैं कहती अज भी किन्ना ही प्रभु नू तरस आया होना जदों उन्हें इन्नियां भीड़ां देखियां होणियां कि इन्ने दुखी ते लाचार लोग आ, इन्ने परेशान लोग आ। सो इत्थे लिखिया आ कहंदा ते जां उन्हें भीड़ां वेखियां तां उस नू उन्हां उत्ते तरस आया, क्यों जो उन्हां भेडां वांग जिन्हां दा अयाली ना होवे ओ लोग माड़े हाल अते डावां डोल फिरदे सन। तद उन्हें अपने चेलियां नू आख्या, खेती पक्की होई तां बहुत है पर वाडे थोड़े हन, इसलिए तुसी खेती दे मालक दे अगे बेनती करो जो अपनी खेती वड्डण नू वाडे घल देवे। हालेलुया। जदों प्रभु यीशु मसीह जी अलग अलग जगह ते जांदे सी, अपने पिता दी बादशाहत दी खुशखबरी दा प्रचार करदे सीगे, तां भीड़ां वचन दे विच आपां देखदे हज़ारां दी गिणती दे विच भीड़ां उस जगह ते इकट्ठियां हो जांदियां सी जिथे भी प्रभु यीशु मसीह बैठदे सी, जिधर नूं भी प्रभु यीशु मसीह जांदे सीगे। तां प्रभु नूं तरस आउंदा सीगा क्योंकि लोकी मंजियां ते पिया होयां नूं लैके आउंदे सी, कोड़ियां नूं लैके आउंदे सीगे, दुखी लाचारां नूं लैके आउंदे सी, मरिया होयां दे बारे विच प्रेयर रिक्वेस्ट लैके आउंदे सीगे। तां प्रभु नूं तरस आउंदा सीगा कि एक दो ही रोगी नहीं आ, एक दो ही उदास नहीं आ, पर भीड़ां दुख दे विच फसियां होईयां आ, उदासी दे विच फसियां होईयां आ, समस्यावां दे विच फसियां होईयां। तां लिखिया कि उहनूं भीड़ां देख के तरस आया तां उहने अपने चेलियां नूं कहा आ, उहने कहा तुसीं प्रार्थना करो। कहंदा इदां लगदियां ये भीड़ां जिद्दां भेडां तां बहुत आ पर इन्हां नूं सांभण वाला कोई ना होए, बिना अयाली दे होण। कोई भेड़ इधर नूं चारा चरन दे लई जा रही आ, कोई भेड़ इधर नूं जा रही आ, भाव आपो अपने दुखां तो छुटकारे दे लई ये वख वख राहां नूं भज्जे फिरदे आ। तां प्रभु यीशु मसीह जी ने कहा चेलियां नूं, कहंदा तुसीं अरदास करो, प्रार्थना करो मालक दे अगे, खेती दे मालक दे अगे कि फसल तां बहुत आ पक्की होई, पर ਉਹ ਆਪਣੇ ਵਾਢੇ ਕੱਲੇ ਜਿਹੜੇ ਇਸ ਫਸਲ ਨੂੰ ਵੱਢਣ, ਭਾਵ ਜਿਹੜੇ ਇਹਨਾਂ ਨੂੰ ਸੇਵ ਕਰਨ, ਇਹ ਫਸਲ ਨਾਸ਼ ਨਾ ਹੋ ਜਾਏ। ਔਰ ਫਸਲ ਸ਼ਬਦ ਪਵਿੱਤਰ ਬਾਈਬਲ ਦੇ ਅਨੁਸਾਰ ਮਨੁੱਖ ਜਾਤੀ ਦੇ ਲਈ ਆ। ਔਰ ਅੱਜ ਵੀ ਤੁਸੀਂ ਦੇਖੋ ਬਹੁਤ ਚੰਗੇ ਮਾੜੇ ਸਮਿਆਂ ਦੇ ਉੱਤੇ ਇਹ ਸ਼ਬਦ ਇਸਤੇਮਾਲ ਕੀਤਾ ਜਾਂਦਾ। ਜਦੋਂ ਕੋਈ ਮੁੱਕ ਜਾਂਦਾ ਆ ਤਾਂ ਕਿਹਾ ਜਾਂਦਾ ਇਹ ਪਰਮੇਸ਼ਵਰ ਦੀ ਫਸਲ ਆ, ਉਹ ਕੱਚੇ ਪੱਕੇ ਵੱਢ ਲੈਂਦਾ ਜਿੱਦਾਂ ਦੇ ਉਹਨੂੰ ਚੰਗੇ ਲੱਗਦੇ ਆ। ਤਾਂ ਸਾਨੂੰ ਸਮਝ ਆਉਂਦੀ ਆ ਕਿ ਅਸੀਂ ਪਰਮੇਸ਼ਵਰ ਦੀ ਖੇਤੀ ਆ ਔਰ ਸਾਡਾ ਮਾਲਕ ਪਰਮੇਸ਼ਵਰ ਆ। ਹਾਲੇਲੂਇਆ। ਔਰ ਇੱਥੇ ਪ੍ਰਭੂ ਯੀਸ਼ੂ ਮਸੀਹ ਜੀ ਨੇ ਚੇਲਿਆਂ ਨੂੰ ਕਿਹਾ ਕਿ ਫਸਲ ਤਾਂ ਪੱਕੀ ਹੋਈ ਕਾਫੀ ਆ, ਬਹੁਤ ਆ, ਪਰ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ ਕਿ ਉਹ ਵਾਢੇ ਘੱਲੇ, ਕਿਉਂਕਿ ਉਸ ਵੇਲੇ ਵਾਢਿਆਂ ਦੀ ਕਮੀ ਸੀ ਬਹੁਤ, पर लोग बहुत सी उस वेले भी दुख भी बहुत सी, संकट बहुत सी, परेशानियां बहुत सी जिद्दां अज भी। पर मैं धन्नवाद करदी हां प्रभु यीशु मसीह जी दा, और असी बहुत शुक्रगुजार हाँ उन्हां 12 चेलियां दे जिन्हां दियां दुआवां परमेश्वर ने सुनियां। और अज परमेश्वर ने जगह जगह ते अपनी खेती नूं संभालण वास्ते, अपनियां भेडां नूं एक चंगी डायरैक्शन देण वास्ते वाड़े दिते, अयाली दिते,
और अपने वाडे कल्ले तां जो वो परमेश्वर दी खेती दी देखभाल करन और उन्होंने सेव करन और स्टोर करन अपने परमेश्वर दे लई। हालेलुया। सो सानू इत्थों समझ आउंदी है कि साडी लाइफ दे विच आगू दा होना कितना जरूरी है। और ये प्रभु यीशु मसीह जी दे मन दी इच्छा है कि कोई भी बिना आगू दे ना होए, क्योंकि इत्थे लिखा ऐदा है जिवें भेडां बिना अयाली दे। एदा मतलब प्रभु यीशु मसीह नूं चंगा नहीं लगा, लिखा तरस आया उन्हें। तो अज अगर कोई अपने आप नूं इदां कहंदा मैनूं आगू दी जरूरत नहीं है, तो ओह रॉन्ग है। प्रभु यीशु मसीह जी दे मन दे अनुसार हरेक भेड़ अपने आगू दी अगवाई दे विच होनी जरूरी है। और उन्हां दी ये दुआ रही अपने चेलियां दे नाल कि पिता बहुत सारे वाडे खड़े करे जेड़े फसल नूं सांभण। हालेलुया। और वचन दे विच लिखिया परमेश्वर अपने मन दे अनुसार सानू अयाली दिंदा है। हालेलुया। वचन च लिखिया मैं तुहानू अपने मन दे अनुसार आजड़ी देवांगा। अगर अज तुसी द ओपन डोर चर्च जीसस हीलिंग मिनिस्ट्री दे मैंबर या तुसी नहीं बने, पर परमेश्वर ने तुहानू बनाया, क्योंकि परमेश्वर ने पास्टर हरप्रीत सिंह दिओल नू तुहाडा आगू थापिया, तुहाडा आजड़ी चुनिया और ये परमेश्वर दे मन दे अनुसार आ। हालेलुया। और अज भी परमेश्वर तुहाडे आगू नू, तुहाडे उत्ते ठहराए होए आजड़ी नू, तुहाडे लई चुने होए वाडे नू परमेश्वर तुहाडे लई इस्तेमाल करनगे, माइटी वे दे नाल, अपने सामर्थ दे नाल भर के, अपनी अग दे नाल भर के वो तुहाडे लई अपने दास नूं इस्तेमाल करनगे प्रभु यीशु मसीह जी दे नाम दे विच। हालेलुया। अज तुसी समुंदर नूं दो फाड़ हुंदियां देखोगे अपनी जिंदगी विच। जेड़े कहंदे सानू रस्ता नज़र नहीं आउंदा असीं किधर नूं जाइए, अज वो रस्ता जेड़ा छुपिया होया है समुंदर दे पानी दे अंदर, अज तुहाडी जिंदगी दे विच वो समुंदर दो फाड़ हो जाएगा और तुहाडे जीवन दे विच एक नवां रस्ता नज़र आएगा। हालेलुया। अज तुसी अपनी चंगियाई नूं देखोगे, छुटकारे नूं देखोगे। और आओ असीं लास्ट एक वर्स देखांगे मत्ती दी पुस्तक उसदा 10 नंबर अध्याय और उसदी 1 नंबर पंक्ति दे विच इत्थे लिखिया उसने अपने 12 चेलियां नूं कोल सद के उन्हां नूं इख्तियार दिता जो भ्रिष्ट आत्मियां नूं कड्ढण अते सारे रोगां अते सारी मांदगी नूं दूर करन। हालेलुया। प्रभु यीशु मसीह जी ने अपने चेलियां नूं कोल सद्या और उन्हां नूं इख्तियार दिता कि सारे तरह दे रोगियां नूं वो चंगियां करन ते दुष्ट आत्मे दे जकड़ियां नूं वो आजाद करन, भूतां नूं कड्ढण। अज इस झुंड दे विच, इस भीड़ दे विच, इस समाज दे विच बहुत सारे लोग इहो जे बैठे होणगे जेड़े सिर्फ देखण दे लई आए आ। मैं कहंदी देखण वालियां लई कुछ नहीं हुंदा, अज लैण वाले बन जाओ। जे कुछ लैण वाले बनोगे तुसी देख भी लोगे कि वो किड्डा सामर्थी आ। हालेलुया। इसलिए तमाशबीन नहीं बनना, पर परमेश्वर दी किरपा नूं अपने जीवन विच लैण वाले बनना आ। अज उन्हां दे मनां दे विच शक हो सकदा कोई बंदा किसे लई किद्दां प्रार्थना कर सकदा, कोई किद्दां चंगा हो सकदा। मैं कहंदी जेड़ा परमेश्वर पत्थरां दे विच पैदा होण वाले जीव नूं आहार दे सकदा, पानी विच मच्छियां नूं आहार दे सकदा, ओ परमेश्वर जेड़े पंछी उन्हें पैदा कीते जेड़े वड्डदे नहीं बीजदे नहीं, उन्हां नूं हर रोज खाण लई चोगा दिंदा, मां दी कुख दे अंदर उस बच्चे नूं जेड़ा गर्भ दे विच आ ओनूं खुराक दिंदा, तां मेरा परमेश्वर किद्दां अपने बंदे दे शब्दां दे राहीं काम नहीं कर सकदा? वो सब कुछ कर सकता है क्योंकि वो सर्वशक्तिमान है। और उस इख्तियार दे नाल परमेश्वर ने अपने लोगों नूं खड़े किया, वो इख्तियार दिता परमेश्वर ने अपने बच्चों नूं, अपने बेटियां नूं, अपनी बेटियां नूं, अपने दासां नूं, अपने दासियां नूं। और जिन्होंने परमेश्वर ने इख्तियार दिता, जदों उस इख्तियार दे नाल वो परमेश्वर दे दास खड़े हो जाते हैं, मैं कहती शैतान कंबण लग जाता है। और मैं यकीन करती हाँ कि वह खोजेवाल नूं छड्ड के पहला ही बाहर चलिया गया है। हालेलुया। क्योंकि अज सवेर तो
ਇੱਥੇ ਬਹੁਤ ਸੁਪਰਨੈਚੁਰਲ ਤਰੀਕੇ ਦੇ ਨਾਲ ਹੀਲਿੰਗ ਦਾ ਕੰਮ ਪਹਿਲਾਂ ਤੋਂ ਹੀ ਸ਼ੁਰੂ ਆ ਔਰ ਇੱਥੇ ਹੀਲਿੰਗ ਕਰਨ ਵਾਸਤੇ ਪਰਮੇਸ਼ਵਰ ਦਾ ਹੱਥ ਤੁਹਾਡੇ ਉੱਤੇ ਮੰਡਰਾ ਰਿਹਾ ਆ, ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਮੰਡਰਾ ਰਿਹਾ ਆ ਔਰ ਤੁਸੀਂ ਆਪਣੇ ਲੈਵਲ ਨੂੰ ਜਿਹੜਾ ਨੇਚਰ ਦਾ ਆ ਉਹਨੂੰ ਉੱਚਾ ਕਰੋ ਔਰ ਅੱਜ ਕਹੋ ਪ੍ਰਭੂ ਮੈਂ ਚਮਤਕਾਰ ਦੇ ਵਿੱਚ ਬਲੀਵ ਕਰਦਾ ਆ। ਕਹੋ, ਬੋਲੋ, ਜਿਹੜੇ ਚਮਤਕਾਰ ਦੇਖਣਾ ਚਾਹੁੰਦੇ ਕਹੋ ਪ੍ਰਭੂ ਮੈਂ ਚਮਤਕਾਰ ਦੇ ਵਿੱਚ ਵਿਸ਼ਵਾਸ ਕਰਦਾ ਆ। ਅੱਜ ਮੇਰੇ ਜੀਵਨ ਦੇ ਵਿੱਚ ਚਮਤਕਾਰ ਹੋ ਜਾਏ ਪ੍ਰਭੂ, ਮੈਂ ਅੱਜ ਚਮਤਕਾਰ ਦੇਖਣ ਵਾਲਾ ਹੋ ਜਾਵਾਂ ਔਰ ਉਹ ਚਮਤਕਾਰ ਮੇਰੇ ਜੀਵਨ ਦੇ ਵਿੱਚ ਹੋਏ। ਹਾਲੇਲੂਇਆ। ਪ੍ਰਭੂ ਮੈਂ ਸ਼ਿਫਾ ਦੇ ਵਿੱਚ ਯਕੀਨ ਕਰਦਾ ਆ, ਅੱਜ ਮੇਰੇ ਜੀਵਨ ਦੇ ਵਿੱਚ ਸ਼ਿਫਾ ਹੋ ਜਾਏ, ਮੈਂ ਉਸ ਸ਼ਿਫਾ ਨੂੰ ਦੇਖਾਂ ਔਰ ਉਹ ਮੇਰੀ ਸ਼ਿਫਾ ਹੋਏ। ਹਾਲੇਲੂਇਆ। ਪ੍ਰਭੂ ਮੈਂ ਯਕੀਨ ਕਰਦਾ ਤੁਸੀਂ ਸਭ ਕੁਝ ਕਰਦੇ ਆ ਆਪਣੇ ਦਾਸਾਂ ਦੇ ਰਾਹੀਂ, ਆਪਣੇ ਆਤਮਾ ਦੇ ਰਾਹੀਂ ਔਰ ਮੈਂ ਇਹ ਵਿਸ਼ਵਾਸ ਕਰਦਾ ਆ ਔਰ ਅੱਜ ਹੋਣ ਵਾਲੇ ਵੱਡੇ ਕੰਮਾਂ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਲੈਣਾ ਚਾਹੁੰਦਾ ਹਾਂ। ਹਾਲੇਲੂਇਆ। ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਤੱਕ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਨਾਲ ਬਣੀ ਰਹੇ। ਆਮੀਨ। द ओपन डोर चर्च खोजवाला पंजाब भारत। यहाँ हजारों की संख्या में लोग आते हैं। यहाँ आकर लोग अपनी आशीष, छुटकारे और बरकत को प्राप्त करते हैं। परमेश्वर के दास आए हुए सभी लोगों के लिए प्रार्थना करते हैं और वह लोग अपने दुखों और बीमारियों से छुटकारे को प्राप्त करते हैं। हर रविवार और हर गुरुवार सत्संग का समय है सुबह 10 बजे से दोपहर 2 बजे तक। यहाँ महीने के पहले रविवार और गुरुवार को प्रभु भोज होता है और हर महीने के आखिरी रविवार को बपतिस्मे दिए जाते हैं, जैसे कि पवित्र बाइबल में लिखा है। और उसने उनसे कहा, तुम सारे जगत में जाकर सारी सृष्टि के लोगों को सुसमाचार प्रचार करो। द ओपन डोर चर्च परमेश्वर जी के वचन के द्वारा कार्य कर रहा है और परमेश्वर के सुसमाचार को सृष्टि के शोर तक पहुंचा रहा है। परमेश्वर के इस वचन को पूरा करने के लिए आप हमारी सेवकाई में यदि सहयोगी होना चाहते हैं तो आप इस दिए गए पते पर अपने उत्तम दान और अपनी उत्तम भेंटें भेज सकते हैं। आप हमें गूगल पे, पेटीएम, भीम और फोन पे पर भी अपने दान भेज सकते हैं। प्रभु आपको आशीष दे। आप हमारे लाइव प्रोग्राम देखने के लिए हमारे YouTube चैनल पास्टर डोल खोजेवाला को जरूर सब्सक्राइब करें और हमारे साथ फेसबुक पे जुड़ने के लिए हमारा फेसबुक पेज पास्टर डोल खोजेवाला को फॉलो करें।